ਪੁੱਤਰ ਅੱਜ ਗੋਸ਼ਤ 'ਚ ਕੀ ਪਾਣਾ ਹੈ? ਛੇਤੀ ਦੱਸੋ, ਮੈਂ ਸਬਜ਼ੀ ਲੈਣ ਚੱਲਾ ਵਾਂ। ਗੋਂਗਲੂ ਪਕਾ ਲਈਏ, ਕੱਦੂ ਪਕਾ ਲਈਏ ਜਾਂ ਕਰੇਲੇ ਪਕਾ ਲਈਏ? ਅਸੀਂ ਨਹੀਂ ਖਾਣੇ ਕਰੇਲੇ ਅੱਬੂ ਜੀ, ਅਸੀਂ ਤੇ ਆਲੂ ਗੋਸ਼ਤ ਖਾਣੇ ਨੇ। ਨਾ ਮੇਰਾ ਪੁੱਤਰ, ਆਲੂ ਕਿਹੜੀ ਸਬਜ਼ੀ ਹੈ? ਮੇਰਾ ਪੁੱਤਰ ਟਿੰਡੇ ਖਾਇਆ ਕਰੋ, ਕੱਦੂ ਖਾਇਆ ਕਰੋ, ਠੰਡੀਆਂ ਸਬਜ਼ੀਆਂ ਨੇ। ਪਰ ਅੱਜ ਤੇ ਮੈਂ ਬਣਾਉਂਦੀ ਪਈ ਜੇ ਪਾਲਕ ਵੀ ਬਹੁਤ ਘੱਟ ਬਣਦੀ ਹੁੰਦੀ ਸੀ ਸਾਡੇ ਘਰ। ਮੈਨੂੰ ਲੱਗਦਾ ਅੰਮੀ ਸ਼ਾਇਦ ਇਹਨੂੰ ਕੱਟਣ ਹੱਥੋਂ ਧੋਣ ਹੱਥੋਂ ਨਹੀਂ ਸਨ ਪਕਾਉਂਦੇ ਹੁੰਦੇ, ਕੰਮ ਜੋ ਇੰਨੇ ਹੁੰਦੇ ਸਨ। ਪਰ ਅਸੀਂ ਪਾਲਕ ਧੋਤੀ, ਇੱਥੇ ਬਹਿ ਕੇ ਬੜਾ ਸੋਹਣਾ ਲਸਣ ਅਦਰਕ ਬਣਾਇਆ ਤੇ ਚੀਜ਼ਾਂ ਵੀ ਛਿਲਦਿਆਂ ਦਿਮਾਗ ਕਿਹੜੇ ਪਾਸੇ ਟੁਰ ਜਾਂਦਾ ਹੈ। ਫਿਰ ਮੈਂ ਆਈ ਜੀ ਕਿਚਨ 'ਚ, ਪਾਲਕ ਧੋ ਕੇ ਉਹਦੇ ਤੇ ਪਾਈਆਂ ਹਰੀਆਂ ਮਿਰਚਾਂ, ਦਾਰਚੀਨੀ ਤੇ 2 ਮੋਟੀ ਇਲਾਚੀ ਤੇ ਉਹਨੂੰ ਰੱਖ ਦਿੱਤਾ ਚੁੱਲ੍ਹੇ ਉੱਤੇ ਪੱਕਣ ਵਾਸਤੇ। ਪ੍ਰੈਸ਼ਰ ਕੁੱਕਰ ਲਿਆਂਦਾ, ਉਹਦੇ 'ਚ ਪਾਇਆ ਪਾਣੀ ਤੇ ਲਸਣ ਅਦਰਕ ਪਿਆਜ਼ ਜਿਹੜਾ ਸੋਚਾਂ ਦੀ ਕਸ਼ਤੀ 'ਚ ਬਹਿ ਕੇ ਬਣਾਇਆ ਸੀ ਉਹ ਸੁੱਟਿਆ ਹਾਂਡੀ 'ਚ। 2-4 ਫੜੇ ਟਮਾਟਰ ਉਹਨਾਂ ਦੇ ਵਿੱਚ 4 ਟੋਟੇ ਕਰਕੇ ਉਹ ਵੀ ਸੁੱਟੇ, ਨਮਕ ਸੁੱਟੀ, ਮਿਰਚਾਂ ਸੁੱਟੀਆਂ, ਲਸਣ ਅਦਰਕ, ਸੁੱਕਾ ਧਨੀਆ, ਜ਼ੀਰਾ ਸਾਬਤ ਤੇ ਤੇਲ ਡੋਲ ਕੇ ਅਸੀਂ ਤੇ ਜੀ ਲਾ ਦਿੱਤਾ ਪ੍ਰੈਸ਼ਰ। ਅਸੀਂ ਕਿਹਾ ਹੁਣ ਇਹਦੀ ਜ਼ਿੰਦਗੀ ਇਹ ਜਾਣੇ। ਉਸ ਤੋਂ ਬਾਅਦ ਸਾਨੂੰ ਤੇ ਗੋਸ਼ਤ ਪੱਕਿਆ ਮਿਲਣਾ ਨਾ, ਉਹ ਫਿਰ ਵੇਖਾਂਗੇ। ਚੀਜ਼ਾਂ ਕੁੰਝ ਕੰਜ ਕੇ ਅਸੀਂ ਪਾਲਕ ਜਿਹੜੀ ਥੱਲੇ ਹੋਈ ਸੀ ਥੋੜੀ ਜਿਹੀ ਹੋਰ ਪਾਲਕ ਉਹਦੇ 'ਚ ਪਾਈ। ਇੱਧਰ ਆ ਕੇ ਜੀ ਚੌਲ ਵੀ ਭਿਉਂ ਛੱਡੇ। ਚੌਲ ਭਿਉਂ ਕੇ ਤੇ ਫਿਰ ਉਹਨਾਂ ਨੂੰ ਧੋ ਕੇ ਉਹਨਾਂ ਨੂੰ ਲਾਇਆ ਪਾਸੇ ਤੇ ਇੰਨੀ ਦੇਰ ਨੂੰ ਸੀਟੀ ਵੱਜਣ ਲੱਗ ਪਈ ਜੀ। ਤੇ ਇੱਧਰ ਇੰਸਟੈਂਟ ਪੌਟ 'ਚ ਜ਼ੀਰਾ, ਥੋੜਾ ਜਿਹਾ ਤੇਲ ਪਾ ਕੇ, ਪਾਣੀ ਪਾ ਕੇ ਮੈਂ ਲਾ ਦਿੱਤਾ ਜੀ ਪ੍ਰੈਸ਼ਰ। ਮੈਂ ਕਿਹਾ ਚਾਵਲ ਆਪਣੇ ਆਪ ਜ਼ੀਰੇ ਵਾਲੇ ਬੜੇ ਸੋਹਣੇ ਪੱਕ ਜਾਣਗੇ। ਹਾਂਡੀ ਜੜਲੇ ਖੋਲੀ, ਪ੍ਰੈਸ਼ਰ ਖੋਲਿਆ ਤੇ ਗੋਸ਼ਤ ਬੜਾ ਸੋਹਣਾ ਗਲ ਗਿਆ ਸੀ। ਉਹਨੂੰ ਭੁੰਨ ਕੇ ਅਸੀਂ ਜਿਹੜੀ ਪਾਲਕ ਪਕਾਈ ਸੀ ਉਹ ਅਸੀਂ ਇਹਦੇ 'ਚ ਪਾ ਕੇ ਤੇ ਅਸੀਂ ਕਿਹਾ ਥੋੜਾ ਜਿਹਾ ਹੋਰ ਇਹਦੇ ਨਾਲ ਜ਼ਰਾ ਪੱਕੇ। ਉੱਤੇ ਪਾ ਦਿੱਤੀ ਜੀ ਸੁੱਕੀ ਮੇਥੀ, ਗਰਮ ਮਸਾਲਾ। ਤੁਸੀਂ ਚਾਹੋ ਤੇ ਤੁਸੀਂ ਇਹਦੇ 'ਚ ਤੇਲ ਜਾਂ ਘਿਓ ਜੋ ਵੀ ਪਾ ਸਕਦੇ ਹੋ। ਬਹਰਹਾਲ ਮੈਂ ਤੇਲ ਬਹੁਤ ਹੀ ਥੋੜਾ ਪਾਇਆ ਸੀ, ਬਈ ਜਾਨ ਹੈ ਤੇ ਜਾਨ ਹੈ। ਥੋੜਾ ਜਿਹਾ ਦੁੱਧ ਪਾ ਕੇ ਪਾਲਕ ਨੂੰ ਚੰਗੀ ਤਰ੍ਹਾਂ ਸੋਹਣਾ ਜਿਹਾ ਭੁੰਨਿਆ ਤੇ ਬੜੀ ਸੋਹਣੀ ਬਣੀ। ਤੁਸੀਂ ਵੇਖੋ, ਹਾਂ ਤੁਹਾਨੂੰ ਤੇ ਤੇਲ ਤਰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਅਸੀਂ ਇੰਜ ਹੀ ਖਾਣਾ ਸੀ। ਤੁਸੀਂ ਵੀ ਖਾਈਓ ਤੇ ਤੁਸੀਂ ਵੀ ਬਣਾਈਓ ਤੇ ਦੱਸਿਓ ਤੁਹਾਡੇ ਅੱਬੂ ਜੀ ਨੂੰ ਕੀ ਖਾਣ 'ਚ